ਨਗਰ ਕੰਦੂਲੀ ਦੇ ਵਿੱਚ ਤਕਰੀਬਨ ਅੰਦਾਜ਼ਨ ਸੰਨ 1150 ਦੇ ਵਿੱਚ ਪਿਤਾ ਭੋਜ ਦੇਵ ਦੇ ਘਰ ਮਾਤਾ ਬਾਮ ਦੇਵੀ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ। ਇਹ ਬੱਚਾ ਬ੍ਰਾਹਮਣ ਘਰਾਣੇ ਵਿੱਚ ਪੈਦਾ ਹੋਇਆ ਹੈ ਤੇ ਜੋ ਬ੍ਰਾਹਮਣ ਹੁੰਦੇ ਹਨ, ਬ੍ਰਾਹਮਣਾਂ ਦਾ ਜਿਹੜਾ ਘਰਾਣਾ ਉਹ ਪਹਿਲੇ ਦਿਨ ਤੋਂ ਹੀ ਆਪਾਂ ਪਿਛਲੀ ਵਿਚਾਰ ਦੇ ਵਿੱਚ ਕਾਫੀ ਵਾਰ ਗੱਲ ਕਰ ਚੁੱਕੇ ਹਾਂ, ਇਸ ਨੂੰ ਦੁਹਰਾਉਣਾ ਨਹੀਂ ਹੈ ਕਿ ਸਭ ਤੋਂ ਸ਼੍ਰੋਮਣੀ ਵੱਡਾ ਵਰਗ ਬ੍ਰਾਹਮਣ ਘਰਾਣਾ ਜਾਂ ਬ੍ਰਾਹਮਣ ਜਾਤ ਕਹਿ ਲਓ, ਇਹ ਵਰਨ ਮੰਨਿਆ ਗਿਆ ਹੈ ਭਾਰਤ ਵਿੱਚ ਪੁਰਾਣੇ ਸਮੇਂ ਤੋਂ। ਕਿਉਂਕਿ ਕੋਈ ਵੀ ਕਾਰਨ ਹੋਵੇ, ਬਾਕੀ ਜਿਹੜੇ 4 ਵਰਨ ਸਨ, ਜਾਤਾਂ ਉਪਜਾਤਾਂ, ਉਹਨਾਂ ਦੇ ਬਣਾਉਣ ਵਾਲਾ ਵੀ ਇਹੀ ਵਰਗ ਸੀ। ਬ੍ਰਾਹਮਣ ਉੱਚੇ ਮੰਨੇ ਜਾਂਦੇ ਸਨ, ਪੜ੍ਹੇ ਲਿਖੇ ਸਨ, ਰੌਸ਼ਨ ਦਿਮਾਗ ਸਨ, ਦੂਰ ਅੰਦੇਸ਼ ਸਨ। ਔਰ ਪੁਰਾਣੇ ਸਮੇਂ ਤੋਂ ਪੜ੍ਹਨ ਪੜ੍ਹਾਉਣ ਦਾ ਕੰਮ, ਸੰਸਾਰਕ ਵਿਦਿਆ ਤੇ ਭਾਵੇਂ ਧਾਰਮਿਕ ਵਿਦਿਆ, ਉਹ ਇਹਨਾਂ ਦਾ ਰਿਹਾ। ਇਹਨਾਂ ਵਿੱਚੋਂ ਹੀ ਪੁਜਾਰੀ ਹੁੰਦੇ ਸਨ, ਇਹਨਾਂ ਵਿੱਚੋਂ ਹੀ ਪੰਡਤ ਹੁੰਦੇ ਸਨ, ਇਹੋ ਹੀ ਮੰਦਰਾਂ ਦੇ ਪ੍ਰਬੰਧਕ ਹੁੰਦੇ ਸਨ, ਇਹੀ ਮੰਦਰਾਂ ਦੇ ਪੁਜਾਰੀ ਹੁੰਦੇ ਸਨ, ਇਹੀ ਰਾਜ ਦਰਬਾਰਾਂ ਦੇ ਵਿੱਚ ਸਲਾਹਕਾਰ ਹੁੰਦੇ ਸਨ, ਵਜ਼ੀਰ ਹੁੰਦੇ ਸਨ, ਰਾਜ ਪੁਰੋਹਿਤ ਹੁੰਦੇ ਸਨ। ਲੋਕਾਂ ਦੀਆਂ ਰਸਮਾਂ ਕਰਨ ਵੀ ਇਹ ਧਾਰਮਿਕ ਰਸਮਾਂ ਕਰਦੇ ਸਨ। ਬਸ ਇੰਨੇ ਤੋਂ ਤੁਸੀਂ ਸਮਝ ਲਓ ਕਿ ਬ੍ਰਾਹਮਣ ਵਰਗ ਜਿਹੜਾ ਸੀ ਉਹ ਪੜ੍ਹਿਆ ਲਿਖਿਆ ਸੀ, ਸਮਝਵਾਨ ਸੀ। ਕਸ਼ਤਰੀਆਂ ਦੀ ਜੋ ਉਹਨਾਂ ਦੀਆਂ ਬਾਹਾਂ ਵਿੱਚ ਦਮ ਸੀ, ਉਹ ਸਮਾਂ ਪਾ ਕੇ ਰਾਜੇ ਬਣ ਗਏ ਸਨ। ਇਹ ਦੋਨੇ ਧਿਰਾਂ ਦੀ ਆਪਸ ਵਿੱਚ ਬਣਦੀ ਸੀ, ਸਮਝੌਤਾ ਸੀ। ਸੋ ਬ੍ਰਾਹਮਣ ਵਰਗ ਦੇ ਵਿੱਚ ਸਮਾਂ ਪਾ ਕੇ ਕਿਸੇ ਵੀ ਭਾਈਚਾਰੇ ਵਿੱਚ ਜਿਹੜੀ ਉਹ ਗਿਰਾਵਟ ਆ ਜਾਂਦੀ ਹੈ, ਖਾਸ ਕਰਕੇ ਜਿਸ ਕੋਲ ਤਾਕਤ ਹੋਵੇ, ਜਿਸ ਕੋਲ ਬਲ ਹੋਵੇ, ਉੱਥੇ ਸੁਭਾਵਿਕ ਹੈ ਗਿਰਾਵਟ ਆਉਣੀ। ਪਰ ਇਸ ਦੇ ਬਾਵਜੂਦ ਵੀ ਚੰਗੇ ਬ੍ਰਾਹਮਣ ਹੁੰਦੇ ਰਹਿੰਦੇ ਸਨ। ਜਦੋਂ ਸ਼ੁਰੂਆਤ ਇਹ ਨਾਮ ਪਿਆ ਹੈ, ਜਿੱਥੋਂ ਇਹ ਘਰਾਣਾ ਪਰਿਵਾਰ ਚੱਲਿਆ, ਇਹ ਨਾਮ ਬਹੁਤ ਵਧੀਆ ਹੈ, ਚੰਗੀ ਭਾਵਨਾ ਤੋਂ ਪਿਆ ਹੈ, ਚੰਗੀ ਸੋਚ ਤੋਂ, ਵੀ ਜਿਹੜਾ ਬੰਦਾ ਬ੍ਰਹਮ ਦਾ ਗਿਆਨ ਰੱਖਦਾ ਸੀ, ਬ੍ਰਹਮ ਦੀ ਗੱਲ ਕਰਦਾ ਸੀ, ਸੱਚ ਦੀ ਗੱਲ, ਧਰਮ ਦੀ ਗੱਲ। ਔਰ ਭਾਰਤ ਵਰਸ਼ ਦੇ ਜਿੰਨੇ ਮਸ਼ਹੂਰ ਬਹੁਤ ਸਾਰੇ ਗ੍ਰੰਥ ਇਹਨਾਂ ਨੇ ਲਿਖੇ, ਇਸ ਘਰਾਣੇ ਵਿੱਚੋਂ ਜਿਹੜੇ ਹੋਏ ਸਨ ਉਹਨਾਂ ਨੇ ਲਿਖੇ। ਇਸ ਲਈ ਬ੍ਰਾਹਮਣ ਘਰਾਣੇ ਦੇ ਵਿੱਚ ਜੋ ਵੀ ਬੱਚਾ ਪੈਦਾ ਹੁੰਦਾ ਸੀ, ਸ਼ੁਰੂ ਤੋਂ ਉਹਦੇ ਕੋਲੇ ਪੜ੍ਹਨ ਲਿਖਣ ਦੇ ਅਖਤਿਆਰ ਤੇ ਸੰਭਾਵਨਾ ਹੁੰਦੀ ਸੀ, ਮੌਕੇ ਹੁੰਦੇ ਸਨ। ਇਹਨਾਂ ਵਿੱਚ ਕੋਈ ਸੀ ਜਿਹੜਾ ਕੋਈ ਮਾਤੜ ਹੋਵੇਗਾ, ਨਹੀਂ ਤੇ ਜ਼ਿਆਦਾਤਰ ਇਹ ਸਰਦੇ ਪੁੱਜਦੇ ਘਰਾਣੇ ਤੇ ਸਰਦੇ ਪੁੱਜਦੇ ਘਰ ਹੁੰਦੇ ਸਨ। ਕੁਝ ਫਿਰ ਧਾਰਮਿਕ ਕੰਮ ਕਰਦੇ ਸਨ, ਟਾਵੇਂ ਚੰਗੀਆਂ ਜੌਬਾਂ, ਰਾਜਿਆਂ ਦੇ ਕੋਲ ਚੰਗੀਆਂ ਨੌਕਰੀਆਂ ਕਰਦੇ ਸਨ, ਕਿਉਂਕਿ ਪੜ੍ਹਿਆ ਲਿਖਿਆ ਘਰਾਣਾ ਹੀ ਇਹ ਹੁੰਦਾ ਸੀ। ਬਾਕੀਆਂ ਵਾਸਤੇ ਦਰਵਾਜ਼ੇ 5000 ਸਾਲ ਦੇ ਕਰੀਬ ਬੰਦ ਰਹੇ ਹਨ, ਪਾਠਸ਼ਾਲਾ ਦੇ, ਧਰਮਸ਼ਾਲਾ ਦੇ। ਸੋ ਇੱਕ ਬ੍ਰਾਹਮਣ ਘਰਾਣੇ ਦੇ ਵਿੱਚ ਪਿੰਡ ਕੰਦੂਲੀ ਵਿਖੇ 1150 ਦੇ ਕਰੀਬ ਲਗਭਗ ਇਹ ਸੰਨ ਹੈ, ਪਿਤਾ ਭੋਜ ਦੇਵ ਜੀ ਦੇ ਘਰ ਮਾਤਾ ਬਾਮ ਦੇਵੀ ਦੀ ਕੁੱਖੋਂ ਬੱਚੇ ਨੇ ਜਨਮ ਲਿਆ। ਬ੍ਰਾਹਮਣ ਘਰਾਣਾ ਹੈ। ਜਦੋਂ ਉਸਨੇ ਹੋਸ਼ ਸੰਭਾਲੀ, 5-6 ਸਾਲ ਦਾ ਹੋਇਆ, ਉਸ ਨੂੰ ਪੜ੍ਹਨੇ ਪਾਇਆ ਗਿਆ। ਖਾਸ ਕਰਕੇ ਬ੍ਰਾਹਮਣ ਸੰਸਕ੍ਰਿਤ ਵਿੱਚ ਤੇ ਬਹੁਤ ਮੁਹਾਰਤ ਰੱਖਦੇ ਸਨ। ਸੰਸਕ੍ਰਿਤ ਪੁਰਾਣੀ ਭਾਸ਼ਾ ਹੈ, ਬੜੀ ਅਮੀਰ ਭਾਸ਼ਾ ਹੈ, ਬੜੀ ਭਾਵਪੂਰਤ। ਭਾਰਤ ਵਰਸ਼ ਵਿੱਚ ਸੰਸਕ੍ਰਿਤ ਵਿੱਚ ਬਹੁਤ ਕੁਝ ਲਿਖਿਆ ਹੈ। ਗੁਰਬਾਣੀ ਦੇ ਵਿੱਚ ਸੰਸਕ੍ਰਿਤ ਦੇ ਬਹੁਤ ਹੀ ਲਫ਼ਜ਼ ਹਨ, ਬਹੁਤ ਜ਼ਿਆਦਾ। ਸੇਮ ਵੀ ਆਏ ਹਨ, ਇਨ ਬਿਨ, ਔਰ ਥੋੜ੍ਹੇ ਫਰਕ ਦੇ ਨਾਲ ਵੀ ਆਏ ਹਨ। ਇਹ ਜਿਹੜਾ ਬੱਚਾ ਪੈਦਾ ਹੋਇਆ, ਜਿਸ ਦੀ ਆਪਾਂ ਗੱਲ ਕਰਦੇ ਪਏ, ਇਹ ਵੀ ਸਮਾਂ ਪਾ ਕੇ ਪੜ੍ਹਦਿਆਂ ਸੰਸਕ੍ਰਿਤ ਦਾ ਬਹੁਤ ਵੱਡਾ ਵਿਦਵਾਨ ਹੋਇਆ। 3 ਗ੍ਰੰਥ ਇਸ ਨੇ ਲਿਖੇ, ਇਸ ਦੀਆਂ ਲਿਖਤਾਂ ਦੇ 3 ਸੰਗ੍ਰਹਿ ਹਨ। ਉਹਨਾਂ ਦੇ ਵਿੱਚੋਂ ਇੱਕ ਬਹੁਤ ਮਸ਼ਹੂਰ ਹੋਇਆ, ਉਸ ਦਾ ਆਪਾਂ ਨਾਮ ਜਾਣਾਂਗੇ। ਪਰ ਇਹ ਬੱਚਾ ਜਦੋਂ 8 ਸਾਲ ਦਾ ਹੋਇਆ, 8 ਸਾਲ ਦੀ ਉਮਰ ਹੋਈ, ਤੇ ਕਿਸੇ ਵੀ ਕਾਰਨ ਇਸ ਦੇ ਸਿਰ ਤੋਂ ਮਾਂ ਬਾਪ ਦਾ
ਛਾਇਆ ਉੱਠ ਗਿਆ। 8 ਸਾਲ ਦੀ ਉਮਰ ਤੱਕ ਜਾਂਦਿਆਂ ਇਹਦੇ ਮਾਤਾ ਪਿਤਾ ਚੜ੍ਹਾਈ ਕਰ ਗਏ। ਆਂਢੀਆਂ ਗਵਾਂਢੀਆਂ ਨੇ ਜਾਂ ਸੰਬੰਧੀਆਂ ਨੇ ਥੋੜ੍ਹਾ ਬਹੁਤਾ ਪਾਲਣ ਪੋਸ਼ਣ ਕੀਤਾ, ਪਰ ਮਾਂ-ਬਾਪ ਵਾਲੀ ਗੱਲ ਤੇ ਨਹੀਂ ਬਣਦੀ। ਪਰ ਫਿਰ ਵੀ ਸੰਸਕਾਰ ਐਸੇ ਸਨ, ਵਿਰਸੇ ਦੇ ਵਿੱਚ ਵਿਦਿਆ ਮਿਲੀ ਸੀ, ਕੋਈ ਮੱਤ ਜਿਸ ਨੂੰ ਮੰਨਦੇ ਸਾਨੂੰ ਮੱਤ ਮਿਲਿਆ, ਕਿਉਂਕਿ ਬ੍ਰਾਹਮਣ ਘਰਾਣਾ ਸੀ, ਸੰਸਕਾਰ ਸਨ। ਤੇ ਪਰ ਇਹ ਬਹੁਤ ਫਿਰ ਦੁਖੀ ਹੋਏ, ਬੜੇ ਬੈਰਾਗ ਦੇ ਵਿੱਚ ਆਏ। 8 ਸਾਲ ਦੀ ਉਮਰ ਸੀ ਤੇ 8 ਸਾਲ ਦੀ ਉਮਰ ਵਿੱਚ ਮਾਂ-ਬਾਪ ਨਾ ਰਹੇ। ਉਦੋਂ ਤੋਂ ਹੀ ਬਹੁਤ ਨਿਰਾਸ਼ ਉਦਾਸ ਰਹਿਣ ਲੱਗੇ, ਬਹੁਤ ਬੈਰਾਗ ਦੇ ਵਿੱਚ ਰਹਿਣ ਲੱਗੇ। ਪਰ ਕਿਸੇ ਦੀ ਪ੍ਰੇਰਨਾ ਮਿਲ ਗਈ, ਕੁਦਰਤੀ ਐਸਾ ਕਾਰਨ ਬਣਿਆ ਕਿ ਪੜ੍ਹਦੇ ਰਹੇ ਬੈਰਾਗ ਦੇ ਵਿੱਚ, ਘੱਟ ਬੋਲਣਾ, ਘੱਟ ਮਿਲਣਾ ਗਿਲਣਾ। ਤੇ ਇਹਨਾਂ ਦੇ ਪਿੰਡ ਦਾ ਇੱਕ ਹੋਰ ਬ੍ਰਾਹਮਣ ਸੀ, ਉਸ ਦਾ ਨਾਮ ਸੀ ਸ਼ਾਇਦ ਨਰੰਜਨ, ਉਸ ਦਾ ਨਾਮ ਸੀ। ਤੇ ਉਸ ਨੇ ਵੇਖਿਆ ਕਿ ਇਸ ਦਾ ਘਰ-ਬਾਰ ਬਹੁਤ ਚੰਗਾ, ਕਿਉਂਕਿ ਇਹਨਾਂ ਦੇ ਇਕੱਲਿਆਂ ਦਾ ਜ਼ਿਕਰ ਆਇਆ, ਹੋ ਸਕਦਾ ਭੈਣ ਭਰਾ ਕੋਈ ਨਾ ਹੋਵੇ, ਕਿਉਂਕਿ ਇਕੱਲਿਆਂ ਦਾ ਹੀ ਇਤਿਹਾਸ ਵਿੱਚ ਜ਼ਿਕਰ ਆਉਂਦਾ। ਘਰਾਣਾ ਚੰਗਾ ਸੀ, ਘਰ-ਬਾਰ ਉਹਨਾਂ ਸਮਿਆਂ ਦੇ ਵਿੱਚ ਚੰਗਾ ਬਣਿਆ ਸੀ। ਪਿੰਡ ਦਾ ਰਹਿਣ ਵਾਲਾ ਇੱਕ ਨਰੰਜਨ, ਉਹ ਵੀ ਪੰਡਤ ਸੀ, ਉਸ ਦੇ ਮਨ ਵਿੱਚ ਬੇਈਮਾਨੀ ਆਈ। ਵੇਖੋ ਕਿੱਦਾਂ ਦੇ ਲੋਕ ਹੁੰਦੇ ਹਨ ਕਿ ਇੱਕ ਤੇ ਬੱਚਾ ਯਤੀਮ ਹੋ ਗਿਆ, ਉਸ ਦੀ ਹੈਲਪ ਕਰਨ ਦੀ ਬਜਾਏ, ਉਸ ਦੀ ਮਦਦ ਕਰਨ ਦੀ ਬਜਾਏ, ਵੇਖੋ ਇਸ ਬੰਦੇ ਨੇ ਕੀ ਸੋਚਿਆ। ਨਰੰਜਨ ਨੇ ਸੋਚਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਬੱਚੇ ਤੋਂ ਇਸ ਦਾ ਘਰ ਹਥਿਆਇਆ ਜਾਵੇ, ਕਿਉਂਕਿ ਘਰ ਬਹੁਤ ਚੰਗਾ ਬਣਿਆ, ਵਧੀਆ ਬਣਿਆ। ਉਸ ਨੇ ਉਹਨਾਂ ਸਮਿਆਂ ਦੇ ਵਿੱਚ ਕੋਈ ਜੋ ਮਾੜੀ ਚੰਗੀ ਲਿਖਤ ਹੁੰਦੀ ਸੀ, ਉਹ ਵੱਡੀ ਉਮਰ ਦਾ ਸੀ, ਸਿਆਣਾ ਸੀ, ਛਾਤਰ ਸੀ। ਉਸ ਨੇ ਕੋਈ ਲਿਖਤ ਬਣਾ ਲਈ, ਕੋਈ ਵਹੀ ਖਾਤਾ ਇੱਦਾਂ ਬਣਾ ਲਿਆ। ਉਹ ਆ ਕੇ ਇਸ ਬੱਚੇ ਨੂੰ ਮਿਲਿਆ। ਬੱਚੇ ਨੂੰ ਲੱਗਾ ਕਹਿਣ ਕਿ ਮੈਂ ਵੇਖੋ ਤੇਰੇ ਮਾਤਾ ਪਿਤਾ ਨੂੰ ਚੜ੍ਹਾਈ ਕੀਤਿਆਂ ਕੁਝ ਸਮਾਂ ਹੋ ਗਿਆ, ਕੁਝ ਅਰਸਾ ਹੋ ਗਿਆ, ਪਹਿਲੋਂ ਮੈਂ ਨਹੀਂ ਆਇਆ ਕਿਉਂਕਿ ਘਰ ਦੇ ਵਿੱਚ ਸੋਗ ਸੀ। ਪਰ ਇੱਕ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ, ਇਸ ਦਾ ਬੁਰਾ ਨਹੀਂ ਮਨਾਉਣਾ, ਕਿ ਤੇਰੇ ਪਿਤਾ ਨੇ ਮੇਰੇ ਤੋਂ ਕੁਝ ਉਧਾਰ ਲਿਆ ਸੀ, ਕੁਝ ਅਨਾਜ ਲਿਆ ਸੀ, ਪੈਸੇ ਲਏ ਸਨ, ਤੇ ਪੈਸੇ ਲਏ ਸਨ ਵਿਆਜੀ। ਉਹ ਮੂਲ ਵੀ ਹੈ ਤੇ ਵਿਆਜ ਵੀ ਬਹੁਤ ਬਣ ਗਿਆ। ਤੇ ਦੱਸ ਹੁਣੇ ਮੈਂ ਪੈਸੇ ਕਿਸ ਕੋਲੋਂ ਲਵਾਂ? ਪੈਸੇ ਇੰਨੇ ਜ਼ਿਆਦਾ ਹਨ ਕਿ ਇਹ ਜੋ ਤੇਰਾ ਘਰ ਹੈ ਇਸ ਦੀ ਕੀਮਤ ਪਾਈ ਜਾਵੇ ਤਾਂ ਇਸ ਨਾਲੋਂ ਵੀ ਜ਼ਿਆਦਾ ਬਣਦੇ। ਤੇ ਇੱਦਾਂ ਹੈ ਕਿ ਚਲੋ ਜੇ ਤੂੰ ਘਰ ਮੈਨੂੰ ਦੇ ਦੇਵੇਂ, ਉੱਪਰਲੇ ਜਿੰਨੇ ਪੈਸੇ ਭਾਵੇਂ ਵਾਧਿਆ ਮੈਂ ਛੱਡ ਦੇਵਾਂਗਾ। ਇੱਕ ਉਹਨਾਂ ਦੀ ਉਮਰ ਛੋਟੀ, ਇੱਕ ਕੁਝ ਨੇਚਰ ਇੱਦਾਂ ਦਾ ਸੀ, ਉਹ ਬੈਰਾਗ ਵਿੱਚ ਰਹਿੰਦੇ ਸਨ, ਬਹੁਤਾ ਲਗਾਓ ਨਹੀਂ ਸੀ, ਬਿਰਤੀ ਵੀ ਧਾਰਮਿਕ ਸੀ, ਮਾਂ-ਬਾਪ ਨਾ ਰਹੇ। ਚਲੋ ਉਦੋਂ ਉਹਨਾਂ ਦੀ ਉਮਰ 9 ਸਾਲ ਹੋਏਗੀ, 10 ਸਾਲ ਹੋਏਗੀ। ਉਸ ਬੱਚੇ ਤੋਂ ਇਸ ਨੇ ਘਰ ਹਥਿਆ ਲਿਆ ਨਰੰਜਨ ਨੇ। ਪਰ ਇੱਕ ਫਿਰ ਇਹ ਵੀ ਗੱਲ ਘਟਨਾ ਨਾਲ ਲਿਖੀ ਮਿਲਦੀ ਹੈ ਕਿ ਵੇਖੋ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਕਿ ਮਾਨਸਾ ਕਿਉਂ ਦਿਬਾਣੋ ਕੋਈ ਨਸ ਭੱਜ ਨਿਕਲੇ, ਹਰ ਦਿਬਾਣੋ ਕੋਈ ਕਿੱਥੇ ਜਾਏ। ਜਿਹੜੀਆਂ ਸੰਸਾਰ ਦੀਆਂ ਕਚਹਿਰੀਆਂ, ਨਿਆਂ ਦੇਣ ਵਾਲੀ ਨਿਆਂਪਾਲਿਕਾ, ਭਾਵੇਂ ਜੱਜ ਹੈ, ਵਕੀਲ ਹੈ, ਪੁਰਾਣੇ ਸਮੇਂ ਵਿੱਚ ਕਾਜੀ ਹੁੰਦੇ ਸਨ ਮੁਗਲਿਆ ਹਕੂਮਤ ਵਿੱਚ, ਜਾਂ ਰਾਜਾ ਨਿਆਂ ਕਰਦਾ ਸੀ, ਉਹਨੂੰ ਕਚਹਿਰੀ ਕਹਿੰਦੇ ਪੁਰਾਣੇ ਸਮੇਂ ਤੋਂ, ਕਚਹਿਰੀ ਦੀਵਾਨ। ਵੀ ਸੰਸਾਰਕ ਕਚਹਿਰੀਆਂ ਵਿੱਚੋਂ ਬੰਦਾ ਇੱਧਰ ਉੱਧਰ ਹੱਥ ਪੱਲਾ ਮਾਰ ਕੇ ਜ਼ਫਰ ਜਾਲ ਕੇ ਨਿਕਲ ਸਕਦਾ, ਮਨੁੱਖਾਂ ਦੀਆਂ ਕਚਹਿਰੀਆਂ ਵਿੱਚੋਂ ਬਚ ਸਕਦਾ। ਆਪਾਂ ਸੁਣਦੇ ਹੀ ਆਮ ਤੌਰ 'ਤੇ ਕਿ ਦੋਸ਼ੀ ਬਰੀ ਹੋ ਜਾਂਦੇ ਹਨ ਤੇ ਨਿਰਦੋਸ਼ ਵਿਚਾਰੇ ਕਈ ਵਾਰ ਜੇਲ੍ਹਾਂ ਵੀ ਕੱਟਦੇ। ਔਰ ਚਲੋ ਸੰਸਾਰ ਦੇ ਵਿੱਚ ਜੇ ਇੱਦਾਂ ਲੱਗੇ ਕਿ ਇਨਸਾਫ ਨਹੀਂ ਮਿਲਿਆ, ਪਰ ਪਰਮੇਸ਼ਰ ਦੇ ਘਰ ਤੋਂ ਸਾਰਿਆਂ ਨੂੰ ਇਨਸਾਫ ਜ਼ਰੂਰ ਮਿਲਦਾ। ਯਕੀਨ ਹੋਣਾ ਚਾਹੀਦਾ ਹੈ, ਪੂਰਾ ਨਿਆਂ ਕਰੇ ਕਰਤਾਰ, ਬਾਣੀ ਵਿੱਚ ਲਿਖਿਆ।
ਮਾਨਸਾ ਕਿਉਂ ਦੀ ਬਾਣੋ ਕੋਈ ਨਸ ਭੱਜ ਨਿਕਲੈ, ਹਰ ਦੇ ਬਾਣੋ ਕੋਈ ਕਿੱਥੇ ਜਾਇਆ। ਹਰੀ ਦੀ ਕਚਹਿਰੀ ਵਿੱਚੋਂ ਕਿਵੇਂ ਕੋਈ ਬਚ ਸਕਦਾ। ਫਿਰ ਉਹਦੀ ਸਜ਼ਾ ਦੇਣ ਦਾ ਤਰੀਕਾ ਆਪਣਾ ਹੁੰਦਾ ਵੀ ਉਹ ਕਿਵੇਂ ਦਿੰਦਾ। ਜਿੰਨੀ ਕੁ ਬੰਦਾ ਗਲਤੀ ਕਰਦਾ ਉਸ ਹਿਸਾਬ ਨਹੀਂ ਉਹ ਸਜ਼ਾ ਦਿੰਦਾ, ਵਧੀਕੀ ਨਹੀਂ ਕਰਦਾ। ਸੋ ਨਰਿੰਜਨ ਨੇ ਘਰ ਤੇ ਨਾਂ ਲਵਾ ਲਿਆ। ਘਰ ਬਾਰੇ ਅਜੇ ਗੱਲਬਾਤ ਚੱਲਦੀ ਸੀ। ਉਹਨੇ ਜਦੋਂ ਅਜੇ ਚਾਲ ਚੱਲੀ, ਘਰ ਨਾਂ ਲਵਾ ਰਿਹਾ, ਖਾਲੀ ਕਰਵਾ ਰਿਹਾ, ਤੇ ਉਹਦੇ ਘਰੋਂ ਸੁਨੇਹਾ ਆਇਆ। ਉਹਦੇ ਘਰ ਦਾ ਜੀ ਕੋਈ ਭੱਜਾ ਆਇਆ ਕਿ ਤੇਰਾ ਜਿਹੜਾ ਘਰ ਉਸ ਨੂੰ ਅੱਗ ਲੱਗ ਗਈ। ਉਸ ਦੇ ਘਰ ਨੂੰ ਅੱਗ ਲੱਗ ਗਈ, ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਤੇ ਇਹ ਬੱਚਾ ਵੀ ਨਾਲ ਗਿਆ। ਸਗੋਂ ਜਿੱਥੇ ਹੋਰ ਲੋਕ ਅੱਗ ਬੁਝਾ ਰਹੇ ਸਨ, ਜਿਸ ਬੱਚੇ ਦਾ ਇਸ ਨੇ ਧੋਖੇ ਨਾਲ ਘਰ ਹਥਿਆ ਲਿਆ, ਆਪਣੇ ਕਬਜ਼ੇ ਵਿੱਚ ਕਰ ਲਿਆ, ਉਹ ਵੀ ਜਾ ਕੇ ਅੱਗ ਬੁਝਾਉਣ ਦੇ ਵਿੱਚ ਉਸ ਨੇ ਵੀ ਮਦਦ ਕੀਤੀ। ਪਰ ਇਹਦੇ ਅੰਦਰੋਂ ਆਵਾਜ਼ ਆ ਗਈ, ਇਹਨੂੰ ਕਹਿਣਾ ਪਿਆ, ਪਛਤਾਵਾ ਹੋਇਆ ਕਿ ਮੇਰੇ ਤੋਂ ਗਲਤੀ ਹੋਈ। ਇਹਨੇ ਬੱਚੇ ਨੂੰ ਕਿਹਾ ਕਿ ਰੱਬ ਨੇ ਮੈਨੂੰ ਸਜ਼ਾ ਦਿੱਤੀ ਹੈ, ਮੈਂ ਝੂਠ ਬੋਲ ਕੇ ਤੇਰਾ ਘਰ ਲਵਾਇਆ ਤੇ ਇੱਧਰ ਮੇਰਾ ਘਰ ਸੜ ਕੇ ਸਵਾਹ ਹੋ ਗਿਆ। ਪਰ ਉਸ ਬੱਚੇ ਨੇ ਕਿਹਾ, ਕਿਉਂਕਿ ਜਦੋਂ 13 ਸਾਲ ਦੀ ਉਹਦੀ ਉਮਰ ਹੋਈ, ਉਸ ਨੇ ਕਹਿ ਦਿੱਤਾ ਸੀ ਵੀ ਨਹੀਂ ਕੋਈ ਗੱਲ ਨਹੀਂ, ਤੁਸੀਂ ਸਾਂਭੋ ਘਰ, ਮੈਂ ਤੇ ਲੰਮੀ ਯਾਤਰਾ 'ਤੇ ਜਾ ਰਿਹਾ, ਖੋਜ ਕਰਨ ਵਾਸਤੇ ਜਾ ਰਿਹਾ। 13 ਸਾਲ ਦੀ ਉਮਰ ਵਿੱਚ ਇਹ ਬੱਚਾ ਕੰਦੋਲੀ ਪਿੰਡ ਵਿੱਚੋਂ ਨਿਕਲਿਆ ਤੇ ਚਾਲੇ ਪਾ ਦਿੱਤੇ। ਸਾਧਾਂ ਨੂੰ, ਸੰਤਾਂ ਨੂੰ, ਜਿਹੜੇ ਵੀ ਧਾਰਮਿਕ ਲੋਕ ਹੁੰਦੇ ਸਨ, ਧਾਰਮਿਕ ਲਗਨ ਸੀ, ਕਵਿਤਾ ਦਾ ਜਨਮ ਅੰਦਰੋਂ ਹੋਣ ਲੱਗ ਗਿਆ, ਕਵੀ ਹਿਰਦਾ ਸੀ। ਚਲਦਿਆਂ ਇਹ ਬੱਚਾ ਜਗਨਨਾਥਪੁਰੀ ਪਹੁੰਚਾ। ਤੇ ਉੱਥੇ ਜਾਂਦਿਆਂ ਕੋਈ 15-16 ਸਾਲ ਦੇ ਕਰੀਬ ਉਮਰ ਹੋਵੇਗੀ। ਉੱਥੇ ਜਾ ਕੇ ਜਦੋਂ ਇਸ ਬੱਚੇ ਨੇ ਆਪਣਾ ਗਿਆਨ ਬਖੇਰਿਆ, ਉੱਥੋਂ ਦੇ ਪੰਡਤਾਂ ਨੇ, ਬ੍ਰਾਹਮਣਾਂ ਨੇ, ਕਿਉਂਕਿ ਜਗਨਨਾਥਪੁਰੀ ਵਿੱਚ ਵੀ ਵੱਡੇ ਵੱਡੇ ਪੰਡਤ ਬ੍ਰਾਹਮਣ ਬਹੁਤ ਰਹਿੰਦੇ ਸਨ, ਬਹੁਤ ਵੱਡਾ ਉੱਥੇ ਮੰਦਿਰ ਹੈ ਜਗਨਨਾਥ ਦਾ। ਗੁਰੂ ਨਾਨਕ ਸਾਹਿਬ ਜੀ ਵੀ ਉੱਥੇ ਗਏ ਹਨ, ਉੱਥੇ ਆਰਤੀ ਵਾਲਾ ਸ਼ਬਦ ਉਚਾਰਨ ਕੀਤਾ ਸੀ, ਇਤਿਹਾਸ ਵਿੱਚ ਦਰਜ ਹੈ। ਉਹ ਬੜੀ ਮਸ਼ਹੂਰ ਪੁਰਾਣੀ ਨਗਰੀ ਹੈ, ਧਾਰਮਿਕ ਹੈ। ਉੱਥੇ ਜਦੋਂ ਇਹ ਬੱਚਾ ਪਹੁੰਚਾ, ਇਹ ਕਵਿਤਾ ਲਿਖਦਾ ਸੀ, ਬਹੁਤ ਸ਼ਾਨਦਾਰ, ਬਹੁਤ ਸਾਰੀ ਇਸਨੇ ਰਚਨਾ ਉਦੋਂ ਤੱਕ ਕਰ ਲਈ। ਔਰ ਇਹਦਾ ਜਿਹੜਾ ਗੁਣ ਸੀ, ਉਹਦੀ ਮਸ਼ਹੂਰੀ, ਉਹਦੀ ਗੂੰਜ ਜਗਨਨਾਥਪੁਰੀ ਦੇ ਵਿੱਚ ਗੂੰਜੀ ਵੀ ਬੰਦਾ ਫਕੀਰ ਤਬੀਅਤ ਦਾ ਮਾਲਕ ਹੈ, ਪਰ ਗੁਣੀ ਬਹੁਤ ਹੈ, ਸੰਸਕ੍ਰਿਤ ਬਹੁਤ ਆਉਂਦੀ। ਤਾਂ ਫਿਰ ਉੱਥੋਂ ਦੇ ਰਹਿਣ ਵਾਲੇ ਇੱਕ ਅਗਨੀਹੋਤਰੀ ਪੰਡਤ ਨੇ ਆਪਣੀ ਬੱਚੀ, ਜਿਸ ਦਾ ਨਾਂ ਹੈ ਪਦਮਾਵਤੀ ਦਾ ਵਿਆਹ ਇਸ ਦੇ ਨਾਲ ਕਰਨਾ ਚਾਹਿਆ। ਪਹਿਲੋਂ ਇਸ ਨੇ ਨਾ ਨੁਕਰ ਕੀਤੀ, ਮੈਂ ਤੇ ਯਤੀਮ ਹਾਂ, ਮੇਰੇ ਕੋਲ ਕੁਝ ਨਹੀਂ। ਪਰ ਉਹ ਪੰਡਤ ਗੁਣਾਂ ਦੀ ਕਦਰ ਕਰਨ ਵਾਲਾ ਸੀ। ਉਹਨੂੰ ਪਤਾ ਸੀ ਵੀ ਇਸ ਦੇ ਕੋਲੇ ਗੁਣ ਹੈ, ਇਸ ਦੀ ਅੱਜ ਨਹੀਂ ਤੇ ਕੱਲ੍ਹ ਨੂੰ ਕਦਰ ਪੈਣੀ। ਉਸ ਨੇ ਕਿਹਾ ਕੋਈ ਗੱਲ ਨਹੀਂ, ਲੋੜਾਂ ਮੈਂ ਪੂਰੀਆਂ ਕਰਾਂਗਾ, ਤੁਸੀਂ ਮੇਰੀ ਧੀ ਦਾ ਰਿਸ਼ਤਾ ਸਵੀਕਾਰ ਕਰੋ। ਉਸ ਬੱਚੀ ਨੇ ਵੀ ਕਿਹਾ ਕਿ ਜਦੋਂ ਪਿਤਾ ਨੇ ਕਹਿ ਦਿੱਤਾ, ਪਿਤਾ ਦਾ ਫੈਸਲਾ ਹੈ, ਤੇ ਮੈਂ ਹੁਣ ਤੁਹਾਡੀ ਸੇਵਾ ਦੇ ਵਿੱਚ ਰਹਾਂਗੀ। ਫਿਰ ਇਹਨਾਂ ਨੇ ਉਹ ਰਿਸ਼ਤਾ ਸਵੀਕਾਰ ਕਰ ਲਿਆ। ਇਹਨਾਂ ਦੀ ਘਰ ਵਾਲੀ ਬਣੀ ਪਦਮਾਵਤੀ। ਰਚਨਾ ਕੀਤੀ, ਉਸ ਰਚਨਾ ਦਾ ਨਾਮ ਹੈ ਗੀਤ ਗੋਵਿੰਦ। 3 ਸੰਗ੍ਰਹਿ ਹਨ, ਉਸ ਰਚਨਾ ਦਾ ਨਾਮ ਗੀਤ ਗੋਵਿੰਦ ਹੈ। ਉਹਦੇ ਵਿੱਚ ਵਾਧਾ ਹੁੰਦਾ ਗਿਆ, ਕਵਿਤਾ ਲਿਖਦੇ ਸਨ, ਉਸ ਵਿੱਚ ਦਰਜ ਕਰਦੇ ਸਨ। ਇਹਨਾਂ ਦੀਆਂ ਕਵਿਤਾਵਾਂ ਲੋਕੀ ਯਾਦ ਕਰਦੇ ਸਨ, ਵੱਡੇ ਵੱਡੇ ਗਵਈਏ ਗਾਉਣ ਲੱਗ ਪਏ, ਸਾਰੇ ਪਾਸੇ ਉਸ ਰਚਨਾ ਕਰਕੇ ਇਹਨਾਂ ਦੀ ਮਸ਼ਹੂਰੀ ਹੋ ਗਈ। ਤੇ ਇਹ ਲਿਖਦੇ ਗਏ, ਲੋਕੀ ਯਾਦ ਕਰਦੇ ਸਨ, ਉਤਾਰੇ ਕਰਦੇ ਸਨ, ਇੱਥੋਂ ਤੱਕ ਕਿ ਇਹਨਾਂ ਦਾ ਜਿਹੜਾ ਗੋਬਿੰਦ ਗੀਤ ਗ੍ਰੰਥ ਹੈ, ਉਹ ਜਗਨਨਾਥਪੁਰੀ ਦੇ ਮੰਦਿਰ ਵਿੱਚ ਵੀ ਸਭਾਏਮਨ ਕੀਤਾ ਗਿਆ। ਕਹਿੰਦੇ ਅੱਜ ਤੱਕ ਮਿਲਦਾ। ਔਰ ਸਾਰੇ ਬੰਗਾਲ ਵਿੱਚ ਤੇ ਜਗਨਨਾਥਪੁਰੀ ਦੇ ਵਿੱਚ ਗੀਤ ਗੋਬਿੰਦ ਗ੍ਰੰਥ ਦੀਆਂ ਕਵਿਤਾਵਾਂ, ਉਸ ਦੇ ਭਜਨ ਗਾਏ ਜਾਂਦੇ ਆ। ਪਹਿਲੋਂ ਇਹ ਬੱਚਾ ਜਦੋਂ ਅਨਾਥ ਹੋਇਆ, ਇਸ ਨੇ ਮਾਂ ਬਾਪ ਦੇ ਵਿਛੋੜੇ ਵਿੱਚ
ਮਾਂ ਬਾਪ ਦੇ ਬਾਰੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਸਨ। ਮਾਂ ਦੀ ਸਿਫਤ ਲਿਖਣੀ, ਮਾਂ ਨੂੰ ਯਾਦ ਕਰਨਾ, ਮਾਂ ਦੇ ਵਿਛੋੜੇ ਦੇ ਅਹਿਸਾਸ ਵਿੱਚ ਲਿਖਿਆ, ਪਿਓ ਦੇ ਵਿਛੋੜੇ ਦੇ ਅਹਿਸਾਸ ਵਿੱਚ ਲਿਖਦਾ ਗਿਆ ਲਿਖਦਾ ਗਿਆ ਲਿਖਦਾ ਗਿਆ। ਫਿਰ ਜਿਵੇਂ ਜਿਵੇਂ ਸੰਗਤ ਮਿਲੀ ਫਿਰ ਰੱਬੀ ਪਿਆਰ ਦੇ ਵਿੱਚ ਲਿਖਣ ਲੱਗਾ। ਪਹਿਲੋਂ ਦੇਵੀ ਦੇਵਤਿਆਂ ਦੀ, ਫਿਰ ਸਿਫਤਾਂ 'ਤੇ ਆਇਆ। ਦੇਵੀ ਦੇਵਤਿਆਂ ਦੀਆਂ ਸਿਫਤਾਂ, ਕ੍ਰਿਸ਼ਨ ਭਗਵਾਨ ਦੀਆਂ, ਜੋ ਕਿਉਂਕਿ ਵਿਰਸੇ ਵਿੱਚ ਮੱਤ ਮਿਲੀ ਸੀ, ਜਿਸ ਬਾਰੇ ਜਾਣਕਾਰੀ ਸੀ, ਪਰ ਇਮਾਨਦਾਰ ਸਨ, ਸੱਚੇ ਦਿਲੋਂ ਲਿਖ ਰਹੇ ਸਨ। ਉੱਥੋਂ ਇਹਨਾਂ ਦੋਨਾਂ ਜੀਆਂ ਨੇ ਉੱਥੇ ਜਾ ਕੇ ਇਹਨਾਂ ਦਾ ਵਿਆਹ ਹੋ ਗਿਆ। ਉੱਥੋਂ ਫਿਰ ਵਾਪਸ ਪਰਤੇ ਹਨ। ਚੱਲਦੇ ਚੱਲਦੇ ਵਾਪਸ ਆਪਣੇ ਪਿੰਡ ਕੇਂਦੂਲੀ ਆ ਕੇ ਨਿਵਾਸ ਕੀਤਾ। ਉੱਥੇ ਨੇੜੇ ਇੱਕ ਰਾਜਾ ਰਹਿੰਦਾ ਸੀ, ਲਕਸ਼ਮਣ ਸੈਨ। ਉਸ ਨੇ ਆਪਣੇ ਰਾਜ ਦਰਬਾਰ ਦੇ ਵਿੱਚ ਇਹਨਾਂ ਨੂੰ ਰੱਖਿਆ। ਰਾਜ ਦਰਬਾਰ ਦਾ ਰਤਨ ਘੋਸ਼ਿਤ ਕੀਤਾ ਕਿ ਮੇਰੇ ਦਰਬਾਰ ਦੇ ਰਤਨ ਹਨ। 5 ਰਤਨ ਸਨ ਉਹਦੇ ਦਰਬਾਰ ਵਿੱਚ। ਲਕਸ਼ਮਣ ਸੈਨ ਰਾਜਾ ਸੀ, ਬਹੁਤ ਵੱਡੀ ਰਿਆਸਤ ਦਾ ਮਾਲਕ। ਉਹਨੇ ਜਦੋਂ ਇਹਨਾਂ ਦੀ ਸਿਫਤ ਸੁਣੀ, ਪਹਿਲੋਂ ਜਦੋਂ ਜਗਨਨਾਥਪੁਰੀ ਨੂੰ ਗਏ ਉਦੋਂ ਜਿਉਂਦਿਆਂ ਵੀ ਉਹ ਮਿਲਿਆ ਸੀ, ਉਹਨੇ ਰੱਖਣਾ ਚਾਹਿਆ, ਪਰ ਇਹ ਜਗਨਨਾਥਪੁਰੀ ਚਲੇ ਗਏ। ਆ ਕੇ ਫਿਰ ਉਸ ਦੇ ਕੋਲੇ ਇਹਨਾਂ ਨੇ ਕਾਰਜ ਕੀਤਾ, ਕੰਮ ਕੀਤਾ। ਉਹਦੇ ਦਰਬਾਰ ਦੇ ਵਿੱਚ ਕਥਾ ਵਾਰਤਾ ਕਰਦੇ ਸਨ, ਕਵਿਤਾਵਾਂ ਲਿਖਦੇ ਸਨ, ਗਾਉਂਦੇ ਸਨ। ਰਾਜਾ, ਰਾਜੇ ਦਾ ਪਰਿਵਾਰ ਇਹਨਾਂ ਦਾ ਸ਼ਾਗਿਰਦ ਸੀ, ਸਿੱਖ ਦਾ ਸੀ। ਅਮੀਰ ਵਜ਼ੀਰ ਉਹਨਾਂ ਦੇ ਬੱਚੇ ਇਹਨਾਂ ਕੋਲੋਂ ਪੜ੍ਹਦੇ ਸਨ। ਬੜੀ ਸ਼ੋਭਾ, ਬਹੁਤ ਵਡਿਆਈ ਮਿਲੀ। ਜਦੋਂ ਪਿੰਡ ਆ ਗਏ, ਇਹਨਾਂ ਦੇ ਪਿੰਡ ਦੇ ਕੋਲੋਂ ਦੀ ਇੱਕ ਨਦੀ ਵਗਦੀ ਹੈ। ਅੱਜ ਵੀ ਆਪਾਂ ਜੇ ਜਾਈਏ ਬੰਗਾਲ ਵਿੱਚ ਕੇਂਦੂਲੀ ਨਗਰ, ਉਹਦੇ ਕੋਲੋਂ ਦੀ ਨਦੀ ਵਗਦੀ ਹੈ। ਉਹਦੀਆਂ 2 ਧਾਰਾਂ ਹਨ, ਦੁਫਾੜ ਹੋ ਕੇ ਇੱਕ ਨਗਰ ਦੇ ਐਨ ਵਿੱਚੋਂ ਦੀ ਲੰਘਦੀ ਹੈ, ਇੱਕ ਪਾਸੇ ਦੀ ਲੰਘਦੀ। ਇਹ ਰੋਜ਼ਾਨਾ ਉੱਥੇ ਇਸ਼ਨਾਨ ਕਰਨ ਜਾਂਦੇ ਸਨ। ਪੁਰਾਣੇ ਸਮੇਂ ਵਿੱਚ ਲੋਕੀ ਜਾਂਦੇ ਨਦੀਆਂ ਦਰਿਆਵਾਂ ਦੇ ਕੰਢਿਆਂ ਤੇ ਤੱਟਾਂ ਤੇ ਜਾ ਕੇ ਇਸ਼ਨਾਨ ਕਰਦੇ ਸਨ, ਜਾਂ ਖੂਹਾਂ ਤੋਂ ਪਾਣੀ ਲਿਆਉਂਦੇ ਸਨ। ਉੱਥੇ ਜਾ ਕੇ ਇਸ਼ਨਾਨ ਕਰਨਾ, ਫਿਰ ਇਹ ਭਜਨ ਵਿੱਚ ਬੈਠਦੇ ਸਨ, ਆਪਣੀ ਪਾਠ ਪੂਜਾ ਕਰਨੀ ਤੇ ਕਵਿਤਾਵਾਂ ਲਿਖ ਕੇ ਉਹਦੇ ਵਿੱਚ ਦਰਜ ਕਰਦੇ ਸਨ, ਗੀਤ ਗੋਬਿੰਦ ਵਿੱਚ। ਲਕਸ਼ਮਣ ਸੈਨ ਇਹਨਾਂ ਤੋਂ ਪ੍ਰਭਾਵਿਤ ਸੀ। ਉਹਨੇ ਐਲਾਨ ਕਰ ਦਿੱਤਾ ਕਿ ਗੀਤ ਗੋਬਿੰਦ ਗ੍ਰੰਥ ਪੂਰਾ ਹੋਣ ਵਾਲਾ, ਔਰ ਪੂਰਨਮਾਸੀ ਦਾ ਸਮਾਂ ਤਾਂ ਰੱਖਿਆ ਸੀ, ਇਹ ਤਰੀਕ ਲੋਕਾਂ ਨੂੰ ਯਾਦ ਰਹਿੰਦੀ ਸੀ। ਇਹ ਤਰੀਕ ਯਾਦ ਰੱਖ ਕੇ ਲੋਕੀ ਧਾਰਮਿਕ ਸਮਾਗਮ, ਸਤਸੰਗ, ਭਜਨ ਇਹ ਹੁੰਦੇ ਸਨ, ਕਿਉਂਕਿ ਜਿੱਦਣ ਚੰਦਰਮਾ ਪੂਰਾ ਹੁੰਦਾ ਸੀ, ਪੂਰਨਮਾਸੀ, ਮਾਸੀ ਮੈਨੇ ਮਹੀਨਾ, ਪੂਰਨ ਮੈਨੇ ਪੂਰਾ, ਇਹ ਤਰੀਕ ਤਾਂ ਰੱਖੀ ਜਾਂਦੀ ਸੀ, ਤਾਂ ਮਸ਼ਹੂਰ ਹੋਈ ਆ ਪੂਰਨਮਾਸੀ। ਲਕਸ਼ਮਣ ਸੈਨ ਨੇ ਦਿਨ ਰੱਖ ਦਿੱਤਾ। ਇਹਨਾਂ ਦੀ ਸਲਾਹ ਨਾਲ ਗ੍ਰੰਥ ਅਜੇ ਪੂਰਾ ਹੋਣਾ ਬਾਕੀ ਸੀ, ਤੇ ਕਹਿ ਦਿੱਤਾ ਵੀ ਪੂਰਨਮਾਸੀ ਜਿਹੜੀ ਆ ਰਹੀ ਉਸ ਦਿਨ ਇਹ ਗ੍ਰੰਥ ਵੱਖ-ਵੱਖ ਮੰਦਰਾਂ ਵਿੱਚ ਜਿਹੜੇ ਇਹਦੇ ਉਤਾਰੇ ਕੀਤੇ ਜਾਣਗੇ, ਇਹਦਾ ਜਿਵੇਂ ਉਦਘਾਟਨ ਕੀਤਾ ਜਾਵੇਗਾ, ਸਮਾਗਮ ਹੋਮ ਜੱਗ ਕੀਤੇ ਜਾਣਗੇ, ਖੁਸ਼ੀਆਂ ਮਨਾਈਆਂ ਜਾਣਗੀਆਂ। ਇਹ ਗ੍ਰੰਥ ਮੰਦਰ ਵਿੱਚ ਸਥਾਪਿਤ ਕੀਤਾ ਜਾਵੇਗਾ, ਰਾਜਾ ਲਕਸ਼ਮਣ ਸੈਨ ਨੇ ਕਿਹਾ। ਤੇ ਪਰ ਅਜੇ ਗ੍ਰੰਥ ਇਹ ਰੋਜ਼ਾਨਾ ਰਚਦੇ, ਰੋਜ਼ਾਨਾ ਨਦੀ ਦੇ ਕੰਢੇ ਤੇ ਜਾਂਦੇ ਆ। ਰਾਜ ਦਰਬਾਰ ਵਿੱਚ ਵੀ ਇਹ ਨੌਕਰੀ ਕਰਦੇ ਆ ਜਾਂ ਆਪਣਾ ਕਾਰਜ ਕਰਦੇ, ਉੱਥੇ ਕੰਮ, ਘਰ ਵੀ ਰਹਿੰਦੇ ਆ। ਇਹਨਾਂ ਦੀ ਜਿਹੜੀ ਪਤਨੀ ਉਹ ਵੀ ਬਹੁਤ ਧਾਰਮਿਕ ਖਿਆਲਾਂ ਦੀ ਵਿਦਵਾਨ ਹੈ, ਉਹ ਵੀ ਇਹਨਾਂ ਦਾ ਪੂਰਾ ਸਾਥ ਦਿੰਦੀ, ਆਗਿਆਕਾਰੀ ਹੈ, ਸੇਵਾ ਕਰਦੀ ਹੈ। ਉਹ ਵੀ ਸੰਗੀਤ ਦੀ ਵੀ ਮਾਹਰ ਹੈ, ਉਹ ਵੀ ਚੰਗਾ ਗਾ ਲੈਂਦੀ। ਦੋਨੇ ਮਿਲ ਕੇ ਭਜਨ ਗਾਉਂਦੇ ਹਨ, ਸੰਗੀਤ ਦੀ ਸੋਝੀ ਰੱਖਦੇ ਆ ਦੋਨੇ, ਗੀਤ ਦੀ ਵੀ ਸੋਝੀ। ਫਿਰ ਜਦੋਂ ਗ੍ਰੰਥ ਪੂਰਾ ਹੋਣਾ ਸੀ ਤੇ ਇੱਕ ਐਸਾ ਪਦੇ ਕਰਕੇ ਮਸ਼ਹੂਰ ਹੈ ਰਚਨਾ, ਫਿਰ ਉਹਦੀ ਜਦੋਂ ਸਮਾਪਤੀ ਹੋਣੀ ਸੀ, ਉਹ ਪਦਾ ਪੂਰਾ ਹੋਣਾ ਸੀ ਤੇ ਕਵਿਤਾ ਪੂਰੀ ਲਿਖੀ ਗਈ, ਪਰ ਕੁਝ ਪੰਕਤੀਆਂ ਉਸ ਦੀਆਂ ਲਿਖਣੀਆਂ ਬਾਕੀ ਸਨ। ਉਹ ਢੁਕਵੀਆਂ ਪੰਕਤੀਆਂ ਹੁਣ ਫੁਰ ਨਹੀਂ ਸੀ ਰਹੀਆਂ। ਫਿਰ ਬੜੀ ਇਕਾਗਰਤਾ ਬਣਦੀ ਗਈ, ਬਰਾਗ ਦੇ ਵਿੱਚ ਬੜੀ ਇਕਾਗਰਤਾ ਬਣਦੀ ਗਈ। ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ। ਵੱਡੇ ਵੱਡੇ ਵਿਦਵਾਨਾਂ ਦੀ ਸੰਗਤ ਤੇ ਕਰਦੇ ਸਨ, ਖੋਜ ਕੀਤੀ, ਅਰਦਾਸਾਂ ਕੀਤੀਆਂ, ਜੁੜ ਗਏ ਨਾਮ ਦੇ ਵਿੱਚ। ਪਰਮੇਸ਼ਰ ਅੱਗੇ ਅਰਦਾਸ, ਜੁੜਦਿਆਂ 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 ਬੜੀ ਉੱਚੀ ਆਤਮਿਕ ਅਵਸਥਾ ਬਣ ਗਈ।
ਜਿਹੜੀ ਭਗਤਾਂ ਦੀ ਹੁੰਦੀ। ਫਿਰ ਆਪਣੀ ਘਰਵਾਲੀ ਦੇ ਨਾਲ ਵੀ ਇਹ ਪਰੇਸ਼ਾਨੀ ਸਾਂਝੀ ਕੀਤੀ। ਇਹ ਕਵੀ ਜਾਣਦਾ ਇੱਕ ਵੀ ਜਿਹਨੇ ਇੰਨੀਆਂ ਕਵਿਤਾਵਾਂ ਲਿਖੀਆਂ ਹੋਣ, ਗ੍ਰੰਥ ਲਿਖੇ ਹੋਣ, ਹੁਣ ਗ੍ਰੰਥ ਪੂਰਾ ਹੋਣ ਵਾਲਾ, ਉਧਰੋਂ ਐਲਾਨ ਕੀਤਾ ਹੋਇਆ ਕਿ ਫਲਾਣੇ ਦਿਨ ਇਹ ਗ੍ਰੰਥ ਪੂਰਾ ਹੋਣਾ, ਖੁਸ਼ੀਆਂ ਮਨਾਈਆਂ ਜਾਣੀਆਂ, ਧਾਰਮਿਕ ਸਮਾਗਮ ਹੋਣੇ ਨੇ, ਮੰਦਿਰਾਂ ਵਿੱਚ ਧਾਰਮਿਕ ਸਥਾਨਾਂ 'ਤੇ ਸਥਾਪਿਤ ਕੀਤਾ ਜਾਣਾ, ਗ੍ਰੰਥ ਉਤਾਰੇ ਹੋਣਗੇ। ਲੋਕੀ ਤੇ ਪਹਿਲਾਂ ਹੀ ਉਹਦੀਆਂ ਕਵਿਤਾਵਾਂ ਗਾਉਂਦੇ ਸਨ, ਯਾਦ ਸਨ ਲੋਕਾਂ ਨੂੰ, ਔਰ ਇਹਨਾਂ ਤੋਂ ਸੁਣਨ ਵਾਸਤੇ ਆਉਂਦੇ ਸਨ। ਪਰ ਹੁਣ ਅਖੀਰ 'ਤੇ ਆ ਕੇ ਉਹ ਗ੍ਰੰਥ, ਉਹ ਪਦਾ ਪੂਰਾ ਨਹੀਂ ਹੋ ਰਿਹਾ। ਤੇ ਇਹਨਾਂ ਦੀ ਘਰਵਾਲੀ ਪਦਮਾਵਤੀ ਨੇ ਸਲਾਹ ਦਿੱਤੀ, ਮੈਂ ਵੀ ਅਰਦਾਸ ਵਿੱਚ ਜੁੜਦੀ ਹਾਂ, ਤੁਸੀਂ ਵੀ ਅਰਦਾਸ ਕਰੋ। ਇਹ ਗ੍ਰੰਥ ਲੈ ਜਾਂਦੇ ਸਨ ਦਰਿਆ ਦੇ ਕੰਢੇ, ਉੱਥੇ ਜਾ ਕੇ ਇਸ਼ਨਾਨ ਕਰਕੇ ਲਿਖਣਾ, ਗਾਉਣਾ, ਦੋਨੇ ਜਾਣੇ ਗਾਉਂਦੇ ਸਨ। ਇੱਕ ਦਿਨ ਇਹਨਾਂ ਦੇ ਘਰੋਂ ਪਦਮਾਵਤੀ ਨੇ ਕਿਹਾ ਵੀ ਕੋਈ ਨਹੀਂ, ਗ੍ਰੰਥ ਰਹਿਣ ਦਿਓ ਇੱਥੇ, ਤੁਸੀਂ ਜਾਓ ਅਰਦਾਸ ਕਰੋ। ਉਹ ਵੀ ਜੁੜ ਗਈ ਪਰਮੇਸ਼ਰ ਦੇ ਚਰਨਾਂ ਵਿੱਚ, ਇਹ ਵੀ ਜੁੜਦਿਆਂ ਜੁੜਦਿਆਂ ਜੁੜ ਗਏ। ਤੇ ਜਦੋਂ ਇਸ਼ਨਾਨ ਕਰਕੇ ਆਏ ਨੇ ਤਾਂ ਫਿਰ ਅੰਦਰੋਂ ਫੁਰਨਾ ਆਇਆ, ਜਿਸ ਅਵਸਥਾ ਬਾਰੇ ਗੁਰਬਾਣੀ ਵਿੱਚ ਜ਼ਿਕਰ ਆਉਂਦਾ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਵੀ ਬਾਣੀ ਉਹਨਾਂ ਨੂੰ ਆਉਂਦੀ, ਉਹ ਕਹਿੰਦੇ ਮਰਦਾਨਿਆਂ ਛੇੜ ਰਬਾਬ ਬਾਣੀ ਆਈ, ਤੇ ਹਿਰਦੇ ਵਿੱਚ ਫੁਰਨਾ ਆਇਆ। ਬਾਣੀ ਆਈ ਆ ਕਿਸ ਨੇ ਭੇਜੀ? ਧੁਰੋਂ ਦਰਗਾਹੋਂ ਪਰਮੇਸ਼ਰ ਨੇ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈ ਸੜਾ ਕਰੀ ਗਿਆਨ ਵੇ ਲਾ ਲੋ। ਉਸ ਹਿਰਦੇ ਵਿੱਚ ਪ੍ਰਗਟ ਹੁੰਦੀ, ਜਿਹੜਾ ਹਿਰਦਾ ਬਾਣੀ ਦੇ ਯੋਗ ਬਣ ਜਾਂਦਾ, ਇੰਨਾ ਪਾਕ ਪਵਿੱਤਰ ਹੋ ਜਾਂਦਾ, ਉੱਥੇ ਨਾਦ ਪ੍ਰਗਟ ਹੋ ਜਾਂਦਾ ਬਾਣੀ ਦੇ ਰੂਪ ਵਿੱਚ। ਸਾਰੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਜਿਹੜੀ ਬਾਣੀ ਅਸੀਂ ਉਚਾਰਨ ਕੀਤੀ, ਬੋਲੀ ਹੈ, ਸਾਡੀ ਨਹੀਂ, ਅਸੀਂ ਤੇ ਬੁਲਾਏ ਬੋਲੇ। ਇੱਕ ਅਵਸਥਾ ਮਨੁੱਖ ਦੀ ਬਣਦੀ ਹੈ। ਜਿਵੇਂ ਆਪਾਂ ਪਿਛਲੇ ਸਮੇਂ ਖੰਡਾਂ ਬਾਰੇ ਵਿਚਾਰ ਕੀਤੀ ਹੈ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸੱਚਖੰਡ ਅਵਸਥਾ। ਚਾਰ ਪਦਾਰਥ ਹੈ। ਅਖੀਰ ਜਨਮ ਪਦਾਰਥ, ਸਤਿਗੁਰ ਕੇ ਜਨਮੇ ਗਮਨ ਮਟਾਇਆ। ਜਦੋਂ ਦਾਣਾ ਇੱਕ ਹੁੰਦਾ ਹੈ ਤੇ ਬ੍ਰਹਮ ਗਿਆਨ ਪ੍ਰਗਟ ਹੁੰਦਾ ਅੰਦਰ, ਉਹ ਇੱਕ ਅਵਸਥਾ ਹੈ। ਉਸ ਅਵਸਥਾ ਵਿੱਚ ਜਾ ਕੇ ਜਿਨ੍ਹਾਂ ਨੇ ਬਾਣੀ ਲਿਖੀ, ਉਹਨਾਂ ਦੀ ਬਾਣੀ ਹੀ ਗੁਰੂ ਘਰ ਨੇ ਦਰਜ ਕੀਤੀ। ਹੁਣ ਇਹ ਤੇ ਬੜੇ ਚਿਰ ਤੋਂ ਤੁਰੇ ਹੋਏ ਸਨ। ਫਿਰ ਇਹਨਾਂ ਦੇ ਅੰਦਰੋਂ ਫਿਰ ਫੁਰਨਾ ਫੁਰਿਆ। ਹੁਣ ਪਹਿਲੋਂ ਤੇ ਕਵੀ ਹਿਰਦਾ ਸੀ, ਇੱਕ ਆਮ ਕਵੀਆਂ ਵਾਂਗ ਰਚਨਾ ਰਚਦੇ ਸਨ, ਪਰ ਹੁਣ ਇੱਥੇ ਕਵਿਤਾ ਰੁਕ ਗਈ। ਅੰਦਰੋਂ ਬ੍ਰਹਮ ਗਿਆਨ ਦਾ ਜਨਮ ਹੋਇਆ। ਲੋਗ ਜਾਣੈ ਇਹ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ। ਬ੍ਰਹਮ ਦਾ ਗਿਆਨ ਅੰਦਰੋਂ ਪ੍ਰਗਟ ਹੋਇਆ, ਫੁਰਿਆ, ਬਾਣੀ ਆਈ। ਹੁਣ ਇਹ ਬਣੇ ਨੇ ਭਗਤ ਜੈ ਦੇਵ। ਇਹਨਾਂ ਦਾ ਨਾਮ ਜਿਨ੍ਹਾਂ ਬਾਰੇ ਆਪਾਂ ਹੁਣ ਤੱਕ ਵਿਚਾਰ ਕਰਦੇ ਆਏ ਹਾਂ, ਇਹ ਭਗਤ ਜੈ ਦੇਵ ਜੀ ਹਨ। ਭਗਤ ਜੈ ਦੇਵ ਦੇ ਅੰਦਰੋਂ ਬਾਣੀ ਫੁਰੀ ਹੈ। ਫਿਰ ਉਹਨਾਂ ਨੇ ਦਰਜ ਕੀਤੀ। ਭਾਈ ਗੁਰਦਾਸ ਜੀ ਨੇ ਵੀ ਵਾਰ ਵਿੱਚ ਲਿਖਿਆ ਤੇ ਉਹਨਾਂ ਵੀ ਮੰਨਿਆ ਕਿ ਹੁਣ ਮੈਂ ਨਹੀਂ ਲਿਖੀ ਤੇ ਮੇਰੇ ਅੰਦਰ ਕਵਿਤਾ ਨਹੀਂ ਆਈ, ਇਹ ਤੇ ਪਰਮੇਸ਼ਰ ਰੱਬ ਹੁਣ ਆਪ ਬੋਲਿਆ। ਉਹਨੇ ਹੀ ਇਹ ਹੁਣ ਗ੍ਰੰਥ ਪੂਰਾ ਕੀਤਾ। ਇਹ ਪੰਕਤੀ ਉਹਨੇ ਹੀ ਲਿਖੀ ਲਿਖਾਈ ਆ ਤੇ ਉਹਦੀ ਰਚਨਾ। ਫਿਰ ਭਗਤ ਵਾਲੀ ਅਵਸਥਾ ਨੂੰ ਜੈ ਦੇਵ ਜੀ ਪਹੁੰਚੇ। ਬਾਕੀ ਗ੍ਰੰਥ ਪਹਿਲੋਂ ਦਾ ਲਿਖਿਆ ਹੋਇਆ, ਉਹ ਗ੍ਰੰਥ ਮਸ਼ਹੂਰ ਹੈ ਗੀਤ ਗੋਬਿੰਦ। ਪਰ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਹ ਬਾਣੀ ਜਿਹੜੀ ਉਸ ਅਵਸਥਾ ਵਿੱਚ ਜਾ ਕੇ ਲਿਖੀ ਆ, ਸੱਚਖੰਡ ਵਾਲੀ ਅਵਸਥਾ, ਜਿੱਥੇ ਜਾ ਕੇ ਪਰਮੇਸ਼ਰ ਬੁਲਾਉਂਦਾ। ਫਿਰ ਭਗਤਾਂ ਨੇ, ਗੁਰੂ ਸਾਹਿਬਾਨ ਨੇ ਕਿਹਾ ਵੀ ਅਸੀਂ ਨਹੀਂ, ਹੁਣ ਤੇ ਬੁਲਾਉਣ ਵਾਲਾ ਉਹ ਹੈ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ। ਉੱਥੇ ਜਾ ਕੇ ਫਿਰ ਉਸ ਅਵਸਥਾ ਵਿੱਚ ਫਿਰ ਇਹਨਾਂ ਨੇ ਜੋ ਬਾਣੀ ਬੋਲੀ, ਉਹ ਰਚਨਾ ਗੁਰਬਾਣੀ ਵਿੱਚ ਦਰਜ ਹੋਈ। ਉਹ ਭਗਤ ਜੈ ਦੇਵ ਜੀ ਦੇ 2 ਸ਼ਬਦ ਹਨ। ਇਹਨਾਂ ਦੇ ਗ੍ਰੰਥ ਉਤਾਰੇ ਹੋਏ, ਧਾਰਮਿਕ ਸਥਾਨਾਂ 'ਤੇ ਸਥਾਪਿਤ ਕੀਤੇ ਗਏ, ਬੜਾ ਮਾਨ ਸਨਮਾਨ ਸਤਿਕਾਰ ਮਿਲਿਆ। ਸੰਸਕ੍ਰਿਤ ਦੇ ਵਿਦਵਾਨ ਸਨ। ਆਓ ਆਪਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਉਹ ਰਚਨਾ
ਜਿਹੜੀ ਉੱਚੀ ਆਤਮਿਕ ਅਵਸਥਾ ਵਿੱਚ ਜਾ ਕੇ ਲਿਖੀ ਹੈ। ਜਦੋਂ ਭਗਤ ਬਣ ਗਏ ਜੈਦੇਵ ਜੀ, ਉਸ ਰਚਨਾ ਦੇ 2 ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਕੱਠੇ ਕੀਤੇ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਾਣੀ ਵਿੱਚ ਦਰਜ ਕੀਤੇ।